साडी हथ बन के बेनती आ ते चेतावनी भी आ कि जे ਇਹ किताबां दे विचों शुद्धि ना की गई तो आने वाले टाइम दे विच जिहड़े साडे बच्चे प्रोफैसर टीचर लैक्चरर बन गए वो जो बच्चों नूं पढ़ाउणगे तां साडे इतिहास का जिहड़ा गलत प्रचार होऊगा। जिहड़े राइटर ने लिखिया जो भी कि वो पंजाब दा राइटर सी जिन्हें लिखिया तां कि उहनूं पंजाब दा इतिहास पता नहीं सी, उहने किस दबाव दे विच आके ये लिखिया साडे इतिहास बारे। असीं मोटे शब्दां दे विच इक्को गल बोलांगे, RSS दे दबाव दे विच आके साडे इतिहास दे बारे गलत लिखिया। ये किताबां दी शुद्धि होवे, ये किताबां जिथे भी किते हुण उन्हां नूं वापसी करवाईयां जाण सारियां, ते जिन्ने लोकां दी इहदे विच हत्थ सीगा उन्हां दे उत्ते बनदी कार्रवाई कीती जावे, उन्हां नूं जेलां च बंद कीते जाण। जे किसी ने काला झंडा दिखाता ते 302 तक दे परचे आ, 307 दे परचे आ, ते इन्हां ने तां कहंदे हुंदे आ ना कानून लिखत मंगदा, इन्हां ने साडे इतिहास बारे लिखत दे विच गलत लिखिया होया, ਅਸੀਂ सबूत दिन्ने आ उस चीज़ का, तो फिर उन्होंने बनदी कार्रवाई तो हुण तक कर देनी चाहिए सी। सरदार बंदे हो के मैं कहनी हाँ साडी सिख दे इतिहास बारे इदां दा लिखिया गया ते किसी ने इन्नी अनगहली की। सिख सिर दे उत्ते दस्तार सजाउंदे आ जिहड़े, उन्होंने पढ़िया ते साडे एजुकेशन मिनिस्टर भी सरदार है। रहमत टीवी ਨਾਲ जुड़े सारे दर्शकों का स्वागत करते हैं जी। अज असी मोहाली पंजाब स्कूल एजुकेशन बोर्ड के बाहर खड़े हैं, जिथे पिछले 22 दिनों तो एक मोर्चा लग्या होया है किसान जथेबंदी वालों, धार्मिक जथेबंदियां वालों। जिहड़ी +2 की बुक्स हिस्टरी की बुक्स है जिहड़ी उहदे विच इतिहास नूं तोड़ मरोड़ के पेश किया गया। पहलां भी तुसीं बहुत वीडियो साडे चैनल ते देखियां ने। असीं इस मुद्दे नूं इस मोर्चे नूं लगातार उपर चक्कण की कोशिश कर रहे हैं। अज साडे नाल राज कौर गिल भैण मोहाली तो सानू पता बहुत बड़ा योगदान किसानी अंदोलन च निभाया, होर भी बहुत ज़्यादा हर मुद्दे लई सरगर्म रहिंदे ने। गलबात करांगे। भैण सब तो पहले सत श्री अकाल जी। सत श्री अकाल जी, बहुत बहुत धन्यवाद तुहाडा। की लगदा 22 दिन हो गए बैठिਆਂ ਨੂੰ बोर्ड के बाहर बैठे आ, की गल है दिल्ली वाला माहौल पूरा बनया पिया, क्यों नहीं सुनवाई हो रही? मेरे ख्याल च पहला ना ਜਿਹੜੇ ਸਾਰੇ ਸੀਗੇ ਉਹ ਇਲੈਕਸ਼ਨ 'ਚ ਬਿਜੀ ਸੀਗੇ ਥੋੜਾ ਟਾਈਮ ਦੇ ਲਈ, ਕਿਉਂਕਿ ਪੰਜਾਬ ਦਾ ਇਲੈਕਸ਼ਨ ਸੀ, ਕਿਉਂਕਿ ਲੋਕਾਂ ਨੂੰ ਇਲੈਕਸ਼ਨ ਵੱਡਾ ਲੱਗਦਾ, ਇਤਿਹਾਸ ਵੱਡਾ ਨਹੀਂ ਲੱਗਦਾ। ਸੋ ਮੈਨੂੰ ਐ ਲੱਗਦਾ ਕਿ ਹੁਣ ਸਾਰੇ ਵਿਹਲੇ ਹੋਏ ਆ ਤੇ ਹੁਣ ਇਹ ਲੜਾਈ ਆ ਜਿਹੜੀ ਆਵਾਜ਼ ਆ ਉਹ ਚੱਕੀ ਜਾਊਗੀ। ਸਾਨੂੰ ਤਾਂ ਅੱਜ 22 ਦਿਨ ਹੋ ਗਏ ਆ ਆਈ ਦੇ ਹਾਜ਼ਰੀ ਲਾਈ ਦੀ ਆ, ਕਿਉਂਕਿ 15 ਦਿਨ ਦਾ ਟਾਈਮ ਦਿੱਤਾ ਸੀ ਇਹਨਾਂ ਨੇ ਕਿ ਇਲੈਕਸ਼ਨ ਕਰਕੇ। ਚੇਅਰਮੈਨ ਦੇ ਨਾਲ ਜਦੋਂ ਮੀਟਿੰਗ ਹੋਈ ਸੀ ਤਾਂ ਉਹਨੇ ਕਿਹਾ ਸੀ ਕਿ ਇਲੈਕਸ਼ਨ ਕਰਕੇ ਸਾਨੂੰ 15 ਦਿਨ ਦਾ ਟਾਈਮ ਦਿਓ ਤੇ ਉਸ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ। ਪਰ ਇਹਨਾਂ ਨੇ 15 ਦਿਨਾਂ ਤੋਂ ਉੱਤੇ ਵੀ ਅੱਜ ਕਾਫੀ ਦਿਨ ਹੋ ਚੁੱਕੇ ਆ, ਇਹਨਾਂ ਨੇ ਮਤਲਬ ਕੋਈ ਸੁਣਵਾਈ ਨਹੀਂ ਕੀਤੀ। ਤੇ ਸਰਦਾਰ ਪ੍ਰਗਟ ਸਿੰਘ ਜੀ ਐਜੂਕੇਸ਼ਨ ਮਿਨਿਸਟਰ ਆ ਜਿਹੜੇ, ਉਹਨਾਂ ਨੇ ਕਮੇਟੀ ਬਣਾਈ ਆ। ਅਸੀਂ ਇੱਕ ਗੱਲ ਐਜੂਕੇਸ਼ਨ ਮਿਨਿਸਟਰ ਨੂੰ ਜ਼ਰੂਰ ਕਵਾਂਗੇ, ਸਰ ਕਮੇਟੀਆਂ ਤਾਂ ਕਿਸਾਨੀ ਅੰਦੋਲਨ ਦੇ ਕਾਲੇ ਕਾਨੂੰਨਾਂ ਦੇ ਉੱਤੇ ਵੀ ਬਣੀਆਂ ਸੀ, ਪਰ ਉਹਨਾਂ ਨੇ ਹਾਲ ਦੀ ਘੜੀ ਸਾਡੀ MSP ਦੇ ਉੱਤੇ ਕੁਛ ਨਹੀਂ ਕੀਤਾ। ਕਮੇਟੀਆਂ ਨੇ ਕੁਛ ਨਹੀਂ ਕਰਨਾ। ਤੁਹਾਡਾ ਕੋਈ ਕੰਮ ਹੁੰਦਾ ਤਾਂ ਤੁਸੀਂ ਘੰਟਿਆਂ ਦੇ ਵਿੱਚ ਜਿਹੜਾ ਹੈਗਾ ਉਹ ਤੁਹਾਡੀਆਂ ਪਾਰਟੀਆਂ ਮਨਵਾਉਂਦੀਆਂ ਨੇ, ਪਰ ਇਹ ਸਾਡੇ ਪੰਜਾਬ ਦੇ ਇਤਿਹਾਸ ਦੀ ਗੱਲ ਹੈ। ਜਿਹੜੇ ਕਿ ਸਾਡੇ ਗੁਰੂਆਂ ਪੀਰਾਂ ਬਾਰੇ ਇਹ ਗੱਲ ਲਿਖੀ ਗਈ ਆ ਕਿ ਗਵਾਲੀਅਰ ਦੇ ਕਿਲੇ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਦੇ 4 ਟੁਕੜੇ ਕਰਕੇ ਬੋਡੀ ਦੇ ਕਿਲੇ ਦੇ 4 ਦਰਵਾਜ਼ਿਆਂ ਤੇ ਟੰਗਿਆ, ਜਦ ਕਿ ਸਾਡੇ ਗੁਰੂ ਸਾਹਿਬਾਨ ਦਾ ਤਾਂ ਕੋਈ ਵਾਸਤਾ ਹੀ ਨਹੀਂ ਸੀ ਗਵਾਲੀਅਰ ਦੇ ਕਿਲੇ ਦੇ ਨਾਲ, ਸਾਡੀ ਛੇਮ ਪਾਤਸ਼ਾਹੀ ਦਾ ਵਾਸਤਾ ਸੀ। ਸੋ ਮੈਂ ਇੱਕ ਗੱਲ ਜ਼ਰੂਰ ਕਹੂੰਗੀ ਕਿ ਸਰਕਾਰਾਂ ਨੂੰ ਆਦਤ ਪੈ ਗਈ ਆ ਕਿ ਜਿੰਨੀ ਦੇਰ ਤੱਕ ਉਹਨਾਂ ਦੀ ਮਿੱਟੀ ਪਲੀਤ ਨਹੀਂ ਹੁੰਦੀ ਓਨੀ ਦੇਰ ਤੱਕ ਸਾਡੀਆਂ ਗੱਲਾਂ ਜਿਹੜੀਆਂ ਉਹ ਨਹੀਂ ਮੰਨਦੇ। ਤਾਂ ਮੇਰੀ ਇੱਕੋ ਅਪੀਲ ਆ ਸਾਰੀ ਜਿਹੜੀ ਐਜੂਕੇਸ਼ਨ ਜਿਹੜੇ ਮਿਨਿਸਟਰ ਨੇ, ਚੇਅਰਮੈਨ ਨੇ, ਤੇ ਆਉਣ ਵਾਲੀ ਵੀ ਜਿਹੜੀ ਪੰਜਾਬ ਦੀ ਕੋਈ ਗੌਰਮੈਂਟ ਬਣੂਗੀ, ਸਾਡੀ ਹੱਥ ਬੰਨ ਕੇ ਬੇਨਤੀ ਆ ਤੇ ਚੇਤਾਵਨੀ ਵੀ ਆ ਕਿ ਜੇ ਇਹ ਕਿਤਾਬਾਂ ਦੇ ਵਿੱਚੋਂ ਸ਼ੁੱਧੀ ਨਾ ਕੀਤੀ ਗਈ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਸਾਡੇ ਬੱਚੇ ਪ੍ਰੋਫੈਸਰ टीचर ਲੈਕਚਰਰ ਬਣ ਗਏ ਉਹ ਜੋ ਬੱਚਿਆਂ ਨੂੰ ਪੜ੍ਹਾਉਣਗੇ ਤਾਂ ਸਾਡੇ ਇਤਿਹਾਸ ਦਾ ਜਿਹੜਾ ਗਲਤ ਪ੍ਰਚਾਰ ਹੋਊਗਾ। ਕਈਆਂ ਨੇ ਸਾਨੂੰ ਇਹ ਸਵਾਲ ਕੀਤਾ
ਕਿ ਜੇ ਇਹ ਕਿਤਾਬਾਂ ਸ਼ੁੱਧੀ ਹੋ ਵੀ ਜਾਂਦੀ ਆ ਤਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਕਿਵੇਂ ਮਤਲਬ ਸਹੀ ਕਰੋਗੇ ਕਿ ਜਿਹੜੇ ਬੱਚਿਆਂ ਦਾ ਪੜ੍ਹ ਚੁੱਕਿਆ। ਪਰ ਨਹੀਂ, ਮੈਂ ਇਹ ਗੱਲ ਕਹਿੰਦੀ ਆ ਕਿ ਸਾਡੇ ਇਤਿਹਾਸ ਬਾਰੇ ਤੁਸੀਂ ਸਹੀ ਕਰੋ, ਬੱਚਿਆਂ ਤੱਕ ਜਿਹੜੀ ਸੱਚਾਈ ਪਹੁੰਚਾਉਣਾ ਉਹ ਸਾਡਾ ਸਭ ਦਾ ਫਰਜ਼ ਆ। ਅਸੀਂ ਲੱਗੇ ਰਹਾਂਗੇ ਜਿੰਨੀ ਦੇਰ ਤੱਕ ਸਾਡੇ ਬੱਚੇ ਬਹੁਤ ਸਮਝਦਾਰ ਹੈ, ਜੇ ਅਸੀਂ ਉਹਨਾਂ ਨੂੰ ਸਮਝਾਵਾਂਗੇ ਤਾਂ ਉਹ ਇਸ ਚੀਜ਼ ਨੂੰ ਸਮਝਣਗੇ, ਕਿਉਂਕਿ ਪੰਜਾਬ ਦਾ ਇਤਿਹਾਸ ਆ ਜਿਹੜਾ ਉਹ ਕੋਈ ਛੋਟਾ ਮੋਟਾ ਇਤਿਹਾਸ ਨਹੀਂ, ਬਹੁਤ ਵੱਡਾ ਇਤਿਹਾਸ ਆ ਤੇ ਬਹੁਤ ਕੁਰਬਾਨੀਆਂ ਇਤਿਹਾਸ ਦੀਆਂ। ਨਾਲੇ ਕਹਿੰਦੇ ਸੀਗੇ ਵੀ ਜਿਹੜੀਆਂ ਬੁੱਕਸ ਸੀਗੀਆਂ, ਇਹ ਜਿਹੜੀਆਂ 2 ਬੁੱਕਸ ਨੇ ਇਹ +2 ਦੀਆਂ, ਵੀ ਇਹ ਹੁਣ ਨਹੀਂ ਮਿਲ ਰਹੀਆਂ, ਅਸੀਂ ਇਹਨਾਂ ਤੇ ਬੈਨ ਕਰਤਾ, ਪਾਬੰਦੀ ਲਾਤੀ, ਕੁਛ ਇਦਾਂ ਦੀ ਗੱਲ ਵੀ ਆਈ ਸੀ ਸਾਹਮਣੇ। ਸਿਰਸਾ ਸਾਹਿਬ ਦੇ ਕੋਲੇ ਕਿਤਾਬਾਂ ਨੇ, ਮੈਂ ਤਾਂ ਉਹਨਾਂ ਕੋਲੇ ਜ਼ਰੂਰ ਪੜ੍ਹੀਆਂ, ਕਿਉਂਕਿ ਮੇਰੇ ਬੇਟੇ ਕੋਲੇ ਹਿਸਟਰੀ ਹੈ ਨਹੀਂ ਸੀਗੀ, ਮੈਂ ਨਹੀਂ ਹਿਸਟਰੀ ਪੜ੍ਹੀ। ਸਾਨੂੰ ਸਿਰਸਾ ਸਾਹਿਬ ਜੀ ਨੇ ਅਵੇਅਰ ਕੀਤਾ ਤੇ ਅੱਜ ਅਸੀਂ ਉਹਨਾਂ ਦੇ ਨਾਲ ਖੜੇ ਆ। ਅਸੀਂ ਉਹਨਾਂ ਨੇ, ਮੇਰੇ ਕੋਲੇ ਉਹਦੀ PDF ਵਗੈਰਾ ਵੀ ਹੈ, ਜਿਹੜਾ ਇਤਿਹਾਸ ਬਾਰੇ ਜਿਹੜੀ ਲੇਟੈਸਟ ਬੁੱਕ ਆ ਉਹਦੇ ਵਿੱਚ ਵੀ ਇਹ ਪਬਲਿਸ਼ ਹੋਇਆ ਹੋਇਆ। ਮੈਨੂੰ ਇੱਕ ਗੱਲ ਦੱਸੋ, ਜਿਹੜੇ ਰਾਈਟਰ ਨੇ ਇਹ ਲਿਖਿਆ ਜੋ ਵੀ, ਕੀ ਉਹ ਪੰਜਾਬ ਦਾ ਰਾਈਟਰ ਸੀ ਜਿਹਨੇ ਲਿਖਿਆ? ਤਾਂ ਕੀ ਉਹਨੂੰ ਪੰਜਾਬ ਦਾ ਇਤਿਹਾਸ ਪਤਾ ਨਹੀਂ ਸੀ? ਉਹਨੇ ਕਿਸ ਦਬਾਅ ਦੇ ਵਿੱਚ ਆ ਕੇ ਇਹ ਲਿਖਿਆ ਸਾਡੇ ਇਤਿਹਾਸ ਬਾਰੇ? ਅਸੀਂ ਤਾਂ ਇੱਕੋ ਗੱਲ ਕਹਿੰਦੇ ਆ, ਇਹ ਕਿਤਾਬਾਂ ਦੀ ਸ਼ੁੱਧੀ ਹੋਵੇ, ਇਹ ਕਿਤਾਬਾਂ ਜਿੱਥੇ ਵੀ ਕਿਤੇ ਹੋਣ ਉਹਨਾਂ ਨੂੰ ਵਾਪਸੀ ਕਰਵਾਈਆਂ ਜਾਣ ਸਾਰੀਆਂ, ਤੇ ਜਿੰਨੇ ਲੋਕਾਂ ਦੀ ਇਹਦੇ ਵਿੱਚ ਹੱਥ ਸੀਗਾ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ, ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕੀਤੇ ਜਾਣ। ਕਿਉਂਕਿ ਕਿਸਾਨੀ ਅੰਦੋਲਨ ਦੇ ਵਿੱਚ ਜੇ ਕਿਸੇ ਨੇ ਕਾਲਾ ਝੰਡਾ ਦਿਖਾਤਾ ਤੇ 302 ਤੱਕ ਦੇ ਪਰਚੇ ਆ, 307 ਦੇ ਪਰਚੇ ਆ, ਤੇ ਇਹਨਾਂ ਨੇ ਤਾਂ ਕਹਿੰਦੇ ਹੁੰਦੇ ਆ ਨਾ, ਕਾਨੂੰਨ ਲਿਖਤ ਮੰਗਦਾ, ਇਹਨਾਂ ਨੇ ਸਾਡੇ ਇਤਿਹਾਸ ਬਾਰੇ ਲਿਖਤ ਦੇ ਵਿੱਚ ਗਲਤ ਲਿਖਿਆ ਹੋਇਆ, ਅਸੀਂ ਸਬੂਤ ਦਿੰਨੇ ਆ ਉਸ ਚੀਜ਼ ਦਾ, ਤਾਂ ਫਿਰ ਉਹਨਾਂ ਤੇ ਬਣਦੀ ਕਾਰਵਾਈ ਤਾਂ ਹੁਣ ਤੱਕ ਕਰ ਦੇਣੀ ਚਾਹੀਦੀ ਸੀ। ਕਿਸ ਚੀਜ਼ ਦਾ ਦਬਦਬਾ? ਅਸੀਂ ਮੋٹے ਸ਼ਬਦਾਂ ਦੇ ਵਿੱਚ ਇੱਕੋ ਗੱਲ ਬੋਲਾਂਗੇ, RSS ਦੇ ਦਬਾਅ ਦੇ ਵਿੱਚ ਆ ਕੇ ਸਾਡੇ ਇਤਿਹਾਸ ਦੇ ਬਾਰੇ ਗਲਤ ਲਿਖਿਆ ਗਿਆ। ਅੱਜ ਬਹੁਤ ਵੱਡਾ ਇਕੱਠ ਕੀਤਾ ਹੈ ਸਾਰੀ ਪਬਲਿਕ ਨੇ, ਕੀ ਕੋਈ ਅੰਦਰੋਂ ਕੋਈ ਸੁਨੇਹਾ ਆਇਆ ਵੀ ਆਪਾਂ ਕਰਦੇ ਹਾਂ ਗੱਲਬਾਤ ਕੋਈ ਇਦਾਂ ਦੀ? ਹਜੇ ਤੱਕ ਵੀਰੇ ਕੋਈ ਸੁਨੇਹਾ ਨਹੀਂ ਆਇਆ। ਪ੍ਰਧਾਨ ਜੀ ਹੋਰਾਂ ਨਾਲ ਗੱਲ ਕਰਦੇ ਆ ਅਜੇ ਵੀ, ਜਾਣੀ ਕਿ ਕੋਈ ਜਿਹੜੀ ਮੀਟਿੰਗ ਆ ਹੋਈ, ਪਰ ਵੀਰੇ ਮੀਟਿੰਗਾਂ ਦਾ ਸਿੱਟਾ ਵੀ ਕੀ ਹੋਣਾ? ਜਿੰਨੀ ਦੇਰ ਤੱਕ ਸਾਨੂੰ ਤਾਂ ਮਸਲੇ ਦਾ ਹੱਲ ਹੋਣਾ ਚਾਹੀਦਾ। ਅਸੀਂ ਮੰਨਦੇ ਹਾਂ ਕਿ ਗੱਲ ਹਰ ਮਸਲੇ ਦਾ ਹੱਲ ਆ, ਪਰ ਗੱਲਾਂ ਇੰਨੀਆਂ ਵੀ ਨਹੀਂ ਹੋ ਜਾਣੀਆਂ ਚਾਹੀਦੀਆਂ ਕਿ ਉਹਦਾ ਪੀਣਾ ਹੀ ਪੈ ਜੇ। ਹੁਣ ਤੱਕ ਤਾਂ ਹੋ ਜਾਣਾ ਚਾਹੀਦਾ ਸੀ। ਇਹਨਾਂ ਦੇ ਕੋਈ ਬਿਮਾਰ ਹੋ ਜੇ, ਇਹ ਏਅਰ ਜਹਾਜ਼ ਵੀ ਆ ਜਾਂਦੇ ਆ ਕਿ ਪੇਸ਼ੈਂਟ ਨੂੰ ਚੰਡੀਗੜ੍ਹ ਤੋਂ ਦਿੱਲੀ ਲਿਜਾਣ ਲਈ, VIP ਲੋਕਾਂ ਦਾ। ਤੇ ਸਾਡੀਆਂ ਕਿਤਾਬਾਂ ਦਾ ਇਤਿਹਾਸ ਹੈ, ਇਹਨਾਂ ਲਈ ਤਾਂ 5 ਮਿੰਟਾਂ ਦਾ ਕੰਮ ਹਰ ਚੀਜ਼। ਤੇ ਸਾਡੇ ਇਤਿਹਾਸ ਦੇ ਬਾਰੇ ਐਡਾ, ਔਰ ਸਰਦਾਰ ਬੰਦੇ ਹੋ ਕੇ ਮੈਂ ਕਹਿੰਨੀ ਆ, ਸਾਡੀ ਸਿੱਖ ਦੇ ਇਤਿਹਾਸ ਬਾਰੇ ਇਦਾਂ ਦਾ ਲਿਖਿਆ ਗਿਆ ਤੇ ਕਿਸੇ ਨੇ ਇੰਨੀ ਅਣਗਹਿਲੀ ਕੀਤੀ। ਸਿੱਖ ਸਿਰ ਦੇ ਉੱਤੇ ਦਸਤਾਰ ਸਜਾਉਂਦੇ ਆ ਜਿਹੜੇ, ਉਹਨਾਂ ਨੇ ਪੜ੍ਹਿਆ, ਤੇ ਸਾਡੇ ਐਜੂਕੇਸ਼ਨ ਮਿਨਿਸਟਰ ਵੀ ਸਰਦਾਰ ਹੈ। ਦੇਖੋ ਤੁਸੀਂ, ਉਹਨਾਂ ਨੇ ਪੜ੍ਹਿਆ ਨਹੀਂ ਸੀ ਇਹ ਚੀਜ਼, ਉਹਨਾਂ ਨੂੰ ਪਤਾ ਸਾਡਾ। ਤਾਂ ਅਸੀਂ ਤਾਂ ਇੱਕੋ ਡਿਮਾਂਡ ਕਰਦੇ ਹਾਂ ਕਿ ਰੱਬ ਦਾ ਵਾਸਤਾ ਸਾਡੇ ਇਤਿਹਾਸ ਨੂੰ ਇਦਾਂ ਦਾ ਕੁਝ ਨਾ ਦਿਓ। ਸਾਡੇ ਗੁਰੂਆਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ, ਇਹ ਉਹ ਇਤਿਹਾਸ ਆ, ਉਹਨਾਂ ਨੇ ਆਪਦੇ ਪਰਿਵਾਰ ਤੱਕ ਵਾਰੇ ਆ। ਗਲਤ ਇਤਿਹਾਸ ਨੂੰ ਬਿਆਨ ਨਾ ਕਰੋ। ਸਾਡੀ ਅਪੀਲ ਆ, ਜਲਦੀ ਤੋਂ ਜਲਦੀ ਕਿਤਾਬਾਂ ਦੇ ਵਿੱਚ ਸ਼ੁੱਧੀ ਕੀਤੀ ਜਾਵੇ। ਤੇ ਭੈਣੇ ਨਾਲ ਇਹਦੇ ਨਾਲ ਦਾ ਇੱਕ ਸਵਾਲ ਮੈਂ ਹੋਰ ਲੈ ਲਾਂ ਤੁਹਾਡੇ ਤੋਂ, ਜਿਵੇਂ ਖੇਤੀ ਕਾਨੂੰਨਾਂ ਦੀ ਗੱਲ ਕੀਤੀ, ਰੱਦ ਹੋ ਗਏ, ਉਸ ਤੋਂ ਬਾਅਦ MSP ਹੋ ਗਈ, ਚਾਹੇ ਉਹ ਸ਼ਹੀਦਾਂ ਨੂੰ ਮੁਆਵਜ਼ਾ, ਚਾਹੇ ਉਹ ਸ਼ਹੀਦਾਂ ਦਾ ਦਰਜਾ ਦੇਣਾ, ਜਿਹੜੀਆਂ ਮੰਗਾਂ ਸੀ, ਲਖੀਮਪੁਰ ਖੀਰੀ ਵਾਲਾ ਕਾਂਡ ਹੈ ਨਾ, ਉਹਦੇ ਲਈ ਕੀ ਉਪਰਾਲੇ ਕਰ ਰਹੇ ਹੋ ਤੁਹਾਡੇ ਵੱਲੋਂ, ਤੁਹਾਡੀ ਜਥੇਬੰਦੀ ਵੱਲੋਂ? ਦੇਖੋ ਵੀਰੇ, ਮੈਂ ਕਿਸੇ ਜਥੇਬੰਦੀ 'ਚ ਤਾਂ ਹੈ ਨਹੀਂ ਗੀ, ਪਰ ਮੈਂ ਆਪਦਾ ਫਰਜ਼ ਸਮਝਿਆ। ਮੈਂ 5 ਦਿਨ UP ਦੇ ਵਿੱਚ No Vote to BJP ਕੰਪੇਨ ਕਰਕੇ ਆਈ ਹਾਂ। ਸਾਡੀ ਗੱਡੀ ਦੇ ਸ਼ੀਸ਼ੇ ਤੱਕ ਤੋੜੇ BJP ਵਾਲਿਆਂ ਨੇ, ਪਰ ਅਸੀਂ ਉੱਥੇ ਡਰੇ ਨਹੀਂ। 5 ਦਿਨ ਅਸੀਂ ਉੱਥੇ BJP ਦੇ ਲਈ ਬਰਖਲਾਫੀ ਦੇ ਵਿੱਚ ਪੂਰਾ, ਕਿਉਂਕਿ ਸਾਡਾ ਮਿਸ਼ਨ ਆ BJP ਨਹੀਂ ਆਉਣੀ ਚਾਹੀਦੀ, ਹੋਰ ਭਾਵੇਂ ਕੋਈ ਆ ਜੇ, ਠੀਕ ਆ। ਉਹਨਾਂ ਨੇ ਸਾਡੇ 733 ਸਿਹਰਾ ਜਿਹੜੇ ਲਏ ਆ ਇਹ ਕਾਲੇ ਕਾਨੂੰਨ ਰੱਦ ਕਰਾਉਣ ਲਈ। ਤੇ ਸਭ ਤੋਂ ਵੱਡੀ ਘਟਨਾ ਲਖੀਮਪੁਰ ਦੀ ਘਟਨਾ, ਮੈਂ ਇੱਕ ਛੋਟਾ ਜਿਹਾ ਸੀ ਇੱਕ ਸ਼ੇਅਰ ਲਿਖਿਆ ਸੀ ਉਹਦੇ ਉੱਤੇ ਕਿ ਚਾੜ ਕੇ ਨਿਹੱਥੇ ਸਾਡੇ ਵੀਰਾਂ ਉੱਤੇ ਗੱਡੀਆਂ, ਮੋਦੀ ਜੋਗੀ ਖੁਸ਼ ਤਾਂ ਬੜੇ ਹੋਏ ਹੋਣਗੇ, ਪਰ ਮੈਨੂੰ ਲੱਗਦਾ ਮੋਦੀ ਸਾਹਿਬ ਤੁਹਾਡੇ ਨਾਲੋਂ ਕਿਤੇ ਚੰਗੇ ਅੰਗਰੇਜ਼ ਰਹੇ ਹੋਣਗੇ। ਪਰ ਜਦੋਂ ਵੀ ਵਿਦੋਸ਼ੀਆਂ ਦੇ ਖੂਨ ਧਰਤੀ ਉੱਤੇ ਚੋਣਗੇ ਤਾਂ ਯਾਦ ਰੱਖੀ ਜ਼ਾਲਮ ਸਰਕਾਰੇ, ਸਾਡੀ ਕੌਮ ਵਿੱਚ ਬਾਗੀ ਪੈਦਾ ਹੋਣਗੇ, ਸਾਡੀ ਕੌਮ ਵਿੱਚ ਬਾਗੀ ਪੈਦਾ ਹੋਣਗੇ। ਮੈਂ ਮੀਡੀਆ ਰਾਹੀਂ ਇੱਕ ਅਪੀਲ ਲਖੀਮਪੁਰ ਖੀਰੀ ਦੇ ਲਈ ਜ਼ਰੂਰ ਕਹੂੰਗੀ, ਅਸੀਂ ਲੱਗੇ ਹੋਏ ਹਾਂ। ਜਿੰਨੇ ਵੀਰ ਉੱਥੇ ਸਾਡੇ ਟੱਚ 'ਚ, ਕੱਲ੍ਹ ਵੀ ਲਖੀਮਪੁਰ ਖੀਰੀ ਦਾ ਇੱਕ ਵੀਰ ਆ ਜਿਹੜਾ ਉਹ ਸਾਨੂੰ ਮਿਲਿਆ ਇੱਥੇ, ਤਾਂ ਅਸੀਂ ਉਹਨਾਂ ਨੂੰ ਕਿਹਾ ਵੀਰੇ ਤੁਹਾਨੂੰ ਜੋ ਵੀ ਚੀਜ਼ ਚਾਹੀਦੀ ਆ ਅਸੀਂ ਖੜਾਂਗੇ, ਤੁਹਾਡੇ ਨਾਲ ਡਟ ਕੇ ਖੜਾਂਗੇ। ਕਿਉਂਕਿ ਦੇਖੋ ਕਿੱਡੀ ਸ਼ਰੇਆਮ ਦੀ ਗੁੰਡਾਗਰਦੀ ਹੈ ਨਾ, ਬਲਾਤਕਾਰੀ ਬਾਹਰ ਫਿਰਦਾ,
ਕਤਲ ਕਰਨ ਵਾਲੇ ਬਾਹਰ ਫਿਰਦੇ ਆ ਤੇ ਸਾਡੇ ਹੀਰੇ ਆ ਜਿਹੜੇ ਯੂਪੀ ਦੇ ਵਿੱਚ ਉਹ ਅੰਦਰ ਕੀਤੇ ਹੋਏ ਆ। ਇਹ ਕਿੱਥੋਂ ਦਾ ਇਨਸਾਫ ਹੈ? ਸੋ ਅਸੀਂ ਤਾਂ ਇੱਕੋ ਸਰਕਾਰਾਂ ਨੂੰ ਕਰਾਂਗੇ ਕਿ ਇਨਸਾਫ ਦੇਣਾ ਸਿੱਖੋ। ਪਰ ਮੈਨੂੰ ਇਹ ਲੱਗਦਾ ਤਾਈਏ ਪੰਜਾਬ ਖਾਲੀ ਹੁੰਦਾ ਜਾਂਦਾ, ਜਿਹੜੀ ਕਾਨੂੰਨ ਦੀਆਂ ਅੱਖਾਂ ਦੇ ਉੱਤੇ ਕਾਲੀ ਪੱਟੀ ਵੱਜੀ ਆ ਨਾ, ਉਹ ਉੱਤਰਦੀ ਨਹੀਂ ਦਿੰਦੀ। ਇਸ ਕਰਕੇ ਹੀ ਪੰਜਾਬ ਖਾਲੀ ਹੁੰਦਾ ਜਾ ਰਿਹਾ। ਜੇਕਰ ਦੇਖਿਆ ਜਾਵੇ ਕਿ ਨਵਾਂ ਹੁਣ ਆਇਆ ਜਿਹੜਾ ਭਾਖੜਾ ਦੇ ਵਿੱਚੋਂ ਮੈਨੇਜਮੈਂਟ ਚੋਂ ਪੰਜਾਬ ਦਾ ਹਿੱਸਾ ਹੀ ਕੱਢਤਾ, ਉਹ ਵੀ ਲਗਾਤਾਰ ਜਿਹੜੀ ਮੋਦੀ ਸਰਕਾਰ ਆ ਉਹ ਤਾਂ ਆਪਣੇ ਵੱਲੋਂ ਸਟੈਪ ਬਾਏ ਸਟੈਪ ਅੱਗੇ ਵੱਧ ਰਹੀ ਹੈ, ਪਰ ਸਾਡੇ ਕਹਿ ਸਕਦੇ ਹਾਂ ਵੀ ਸਾਡੀਆਂ ਮੰਗਾਂ ਹਾਲੇ ਉੱਥੇ ਪਈਆਂ ਨੇ। ਵੀਰੇ ਮੈਂ ਆਪਦੀ ਫੇਸਬੁੱਕ ਦੇ ਉੱਤੇ, ਇੰਸਟਾ ਦੇ ਉੱਤੇ, WhatsApp ਦੇ ਉੱਤੇ ਸਟੇਟਸ ਪਾਇਆ ਸੀ ਬਕਾਇਦਾ ਕਿ ਬਈ ਆ ਹੋ ਗਿਆ ਪੰਜਾਬ ਦੇ ਨਾਲ ਜਿਹੜਾ ਭਾਖੜਾ ਵਾਲਾ ਮਸਲਾ, ਕੌਣ ਕੌਣ ਸਾਥ ਦਿੰਦਾ, ਇਹਦੇ ਲਈ ਆਵਾਜ਼ ਚੱਕੋ। ਮੈਂ ਸਪੈਸ਼ਲੀ ਪਾਇਆ, ਪਰ ਮੈਂ ਸੱਚ ਜਾਣਿਓ ਲੋਕ ਕਹਿੰਦੇ ਆ ਹਾਂਜੀ ਅਸੀਂ ਨਾਲ, ਹਾਂਜੀ ਅਸੀਂ ਨਾਲ। ਬੋਲਿਆ ਕੌਣ? ਬੋਲਿਆ ਕੌਣ ਆ? ਇਹਦਾ ਮਤਲਬ ਅਸੀਂ ਬੋਲੀਏ, ਹੋਰ ਕਿਸੇ ਦਾ ਬੋਲਣ ਦਾ ਫਰਜ਼ ਨਹੀਂ। ਪਾਣੀ ਕੌਣ ਨਹੀਂ ਪੀਂਦਾ? ਇਤਿਹਾਸ ਕੌਣ ਨਹੀਂ ਪੜ੍ਹਦਾ? ਰੋਟੀ ਕੌਣ ਨਹੀਂ ਖਾਂਦਾ? ਹੱਕ ਇਹ ਨਹੀਂ ਹੁੰਦਾ ਕਿ ਹੱਕ ਮੈਂ ਲੈ ਕੇ ਦੇਵਾਂ ਜਾਂ ਦੂਜਾ ਲੈ। ਅਗਲੇ ਅੱਜ ਕੱਲ੍ਹ ਪਤਾ ਕੀ ਹੋ ਰਿਹਾ, ਕਹਿੰਦੇ ਤੂੰ ਮੇਰੇ ਹੱਕ ਲੈ ਦੇ ਪਰ ਮੈਂ ਬੋਲਣਾ ਨਹੀਂ। ਕਿਉਂ? ਹੱਕ ਲੈਣੇ ਮੰਗਿਆ ਕੋਈ ਨਹੀਂ ਦਿੰਦਾ, ਹੱਕ ਖੋਣੇ ਪੈਂਦੇ ਆ। ਸਾਨੂੰ ਸਰਕਾਰਾਂ ਨਾਲ ਅੰਦੋਲਨ ਕਰਕੇ ਹਰ ਹੱਕ ਖੋਣਾ ਪਊਗਾ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਮੰਦਹਾਲੀ ਹੋਣ ਤੋਂ ਕੋਈ ਨਹੀਂ ਬਚਾ ਸਕਦਾ ਜੇ ਪੰਜਾਬ ਦੀ ਕੌਮ ਨਾ ਜਾਗੇ। ਸਾਨੂੰ ਸਮਾਂ ਦੇਣ ਲਈ ਬਹੁਤ ਧੰਨਵਾਦ। ਧੰਨਵਾਦ ਵੀਰੇ, ਬਹੁਤ ਬਹੁਤ। ਸੋ ਇਹ ਸੀਗੇ ਰਾਜ ਕੌਰ ਗਿੱਲ। ਤੁਸੀਂ ਦੇਖ ਸਕਦੇ ਹੋ ਮੋਰਚਾ। ਮੈਂ ਕਹੂੰਗਾ ਕੈਮਰਾਮੈਨ ਨੂੰ ਜ਼ਰੂਰ ਇੱਕ ਵਾਰ ਤਸਵੀਰਾਂ ਦਿਖਾਉਣ, ਜਿਹੜਾ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਜਿਸ ਤਰ੍ਹਾਂ ਇਕੱਠ ਸੀਗਾ ਉਹ ਦੇਖ ਸਕਦੇ ਹੋ ਤੁਸੀਂ, ਕਿਸ ਤਰੀਕੇ ਦੇ ਨਾਲ ਟਰੈਕਟਰ ਟਰਾਲੀਆਂ ਲਾ ਕੇ ਇੱਕ ਬਹੁਤ ਵੱਡਾ ਇਕੱਠ ਤੁਸੀਂ ਦੇਖ ਸਕਦੇ ਹੋ। ਮੋਹਾਲੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਬਾਹਰ ਬਹੁਤ ਵੱਡਾ ਇੱਕ ਇਕੱਠ ਅੱਜ 28 ਤਰੀਕ ਨੂੰ ਰੱਖਿਆ ਗਿਆ ਹੈ ਤੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੇ ਅੱਗੇ ਤੁਹਾਨੂੰ ਇਦਾਂ ਹੀ ਅਪਡੇਟ ਦਿੰਦੇ ਰਹਾਂਗੇ। ਤੁਸੀਂ ਰਹਿਮਤ ਚੈਨਲ ਨਾਲ ਜੁੜੇ ਰਹੋ ਜੀ। ਮੈਂ ਤੁਹਾਡਾ ਆਪਣਾ ਪ੍ਰਵਿੰਦਰ ਔਜਲਾ, ਧੰਨਵਾਦ।